ਸਤਿਗੁਰੂ ਦੀ ਪਿਆਰੀ ਸਾਧ ਸੰਗਤ ਜੀ, ਮੇਰੇ ਵੱਲੋਂ ਸਾਰਿਆਂ ਨੂੰ ਰਾਧਾ ਸੁਆਮੀ ਜੀ। ਤੁਸੀਂ ਜਿੱਥੇ ਵੀ ਹੋਵੋਗੇ ਸਾਰੇ ਖੁਸ਼ ਹੋਵੋਗੇ, ਇਹੀ ਮੈਂ ਆਸ਼ਾ ਕਰਦਾ ਹਾਂ। ਅੱਜ 13 ਫਰਵਰੀ 2026 ਨੂੰ ਹੁਜੂਰ ਜੀ ਨੇ ਡੇਰਾ ਬਿਆਸ ਦੇ ਵਿੱਚ ਕੁਐਸਚਨ ਆਨਸਰ ਫਰਮਾਏ। ਆਪ ਜੀ ਨੇ ਅੱਜ ਬਹੁਤ ਕੁਐਸਚਨ ਆਨਸਰ ਦੇ ਜਵਾਬ ਦਿੱਤੇ। ਉਹਨਾਂ ਵਿੱਚੋਂ ਜਿਹੜੇ ਇੰਪੋਰਟੈਂਟ ਮੈਂ ਪਿਕ ਕੀਤੇ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ। ਜਿਹੜੀ ਸੰਗਤ ਨਹੀਂ ਆਈ ਹੈ ਬੜੀ ਖੁਸ਼ੀ ਦੇ ਨਾਲ ਸੁਣ ਸਕਦੀ ਹੈ ਜੀ। ਜਿਵੇਂ ਕਿ ਆਪਾਂ ਜਾਣਦੇ ਹਾਂ, ਡੇਰਾ ਬਿਆਸ ਦੇ ਵਿੱਚ 4 ਵਜੇ ਕੁਐਸਚਨ ਆਨਸਰ ਹੁੰਦੇ ਹਨ। ਤਾਂ ਹੁਜੂਰ ਜੀ ਅੱਜ ਆਏ, ਪਹਿਲਾ ਸ਼ਬਦ ਗਾਏ ਗਏ, ਸ਼ਬਦ ਤੋਂ ਬਾਅਦ ਫਿਰ ਕੁਐਸਚਨ ਆਨਸਰ ਸਟਾਰਟ ਹੋਏ। ਇੱਕ ਸਵਾਲ ਕਿਸੇ ਨੇ ਹੁਜੂਰ ਜੀ ਤੋਂ ਪੁੱਛਿਆ ਕਿ ਹੁਜੂਰ ਜੀ, ਆਪਾਂ ਜਦ ਪਰਮਾਰਥ ਦੇ ਵਿੱਚ ਰਹਿੰਦੇ ਆ ਤਾਂ ਸਾਨੂੰ ਇੰਨਾ ਟਾਈਮ ਕਿਉਂ ਲੱਗਦਾ ਹੈ ਉਸ ਮਾਲਿਕ ਨੂੰ ਮਿਲਣ ਵਾਸਤੇ। ਹੁਜੂਰ ਜੀ ਨੇ ਕਿਹਾ ਕਿ ਬੇਟਾ, ਸਾਨੂੰ ਇੰਨਾ ਟਾਈਮ ਕਹਾਂ ਲੱਗਦਾ ਹੈ। ਤੁਸੀਂ ਦੇਖੋ, ਇੰਨੀ ਛੋਟੀ ਜ਼ਿੰਦਗੀ ਸਾਨੂੰ ਮਿਲਦੀ ਹੈ। 70-80 ਸਾਲ ਦੀ ਜ਼ਿੰਦਗੀ ਦੇ ਵਿੱਚ ਹੀ ਆਪਾਂ ਪਰਮਾਤਮਾ ਨੂੰ ਪਾ ਸਕਦੇ ਹਾਂ ਕਿ ਇਹ ਜ਼ਿਆਦਾ ਟਾਈਮ ਹੈ। ਬੇਟਾ ਤੁਸੀਂ ਦੇਖੋ, ਹੋਰ ਜਾਮੇ ਦੇ ਵਿੱਚ ਇਹ ਪੋਸੀਬਲ ਨਹੀਂ ਹੈ। ਇਹ ਸਿਰਫ ਇਨਸਾਨੀ ਜਾਮੇ ਦੇ ਵਿੱਚ ਹੈ। ਇਹ ਤਾਂ ਬੜਾ ਆਸਾਨ ਚੀਜ਼ ਹੈ। ਫਿਰ ਕਿਸੇ ਨੇ ਹੁਜੂਰ ਜੀ ਤੋਂ ਸਵਾਲ ਕੀਤਾ ਕਿ ਹੁਜੂਰ ਜੀ, ਤੁਸੀਂ ਬਾਬਾ ਜੀ ਨੂੰ ਲੈ ਕੇ ਨਹੀਂ ਆਏ। ਹੁਜੂਰ ਜੀ ਨੇ ਕਹਾ ਕਿ ਬੇਟਾ, ਉਹ ਮੇਰੇ ਗੁਰੂ ਨੇ, ਮੈਂ ਉਹਨਾਂ ਦਾ ਗੁਰੂ ਨਹੀਂ ਹਾਂ। ਬਾਬਾ ਜੀ ਅੱਗੇ ਅੱਗੇ ਚੱਲਦੇ ਨੇ ਤੇ ਮੈਂ ਪਿੱਛੇ ਪਿੱਛੇ ਚੱਲਦਾ ਹਾਂ। ਜਿਹੜਾ ਵੀ ਉਹਨਾਂ ਦਾ ਹੁਕਮ ਹੁੰਦਾ ਹੈ ਮੈਂ ਉਸ ਤਰੀਕੇ ਦੇ ਨਾਲ ਚੱਲਦਾ ਹਾਂ। ਫਿਰ ਕਿਸੇ ਨੇ ਸਵਾਲ ਕੀਤਾ ਕਿ ਹੁਜੂਰ ਜੀ, ਜਿਹੜੀ ਸੋਸ਼ਲ ਮੀਡੀਆ ਹੈ ਉਸ ਤੋਂ ਜਿਹੜੇ ਅਰਨਿੰਗ ਕਰਦੇ ਨੇ, ਕੀ ਉਹ ਸਹੀ ਚੀਜ਼ ਹੈ? ਹੁਜੂਰ ਜੀ ਨੇ ਕਿਹਾ, ਉਸ ਕੁੜੀ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ਤੋਂ ਅਰਨਿੰਗ ਕਰਦੀ ਹਾਂ, ਕਿ ਇਹ ਸਹੀ ਹੈ? ਹੁਜੂਰ ਜੀ ਨੇ ਕਿਹਾ ਕਿ ਦੇਖੋ ਬੇਟਾ, ਜਿਹੜਾ ਕੁਝ ਵੀ ਆਪਾਂ ਕਰਦੇ ਆ ਮਿਹਨਤ ਦੇ ਨਾਲ ਉਹ ਠੀਕ ਹੈ, ਲੇਕਿਨ ਸਾਨੂੰ ਇੱਕ ਜ਼ਿੰਦਗੀ ਦੇ ਵਿੱਚ ਬੈਲੈਂਸ ਬਣਾਉਣਾ ਚਾਹੀਦਾ ਹੈ। ਇਹ ਨਹੀਂ ਕਿ ਆਪਾਂ ਵਨ ਸਾਈਡਡ ਹੋ ਕੇ ਬਹਿ ਜੇ, ਆਪਾਂ ਨੂੰ ਕੋਈ ਹੋਰ ਵੀ ਚੀਜ਼ ਦੇਖਣੀਆਂ ਚਾਹੀਦੀਆਂ ਹਨ। ਫਿਰ ਕਿਸੇ ਨੇ ਸਵਾਲ ਕੀਤਾ ਕਿ ਹੁਜੂਰ ਜੀ, ਪੂਰਾ ਜਿਹੜਾ ਸੇਵਕ ਹੁੰਦਾ ਹੈ, ਜਿਹੜਾ ਪੂਰਾ ਡਿਸਾਈਪਲ ਹੁੰਦਾ ਹੈ, ਉਸ ਦੀ ਜਿਹੜੀ ਰਹਿਣੀ ਹੈ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ? ਹੁਜੂਰ ਜੀ ਨੇ ਕਿਹਾ ਕਿ ਦੇਖੋ ਬੇਟਾ, ਜਿਹੜੇ ਉਸੂਲ ਸਮਝਾਏ ਜਾਂਦੇ ਹਨ ਉਹ ਸਭ ਤੋਂ ਉੱਤੇ ਹਨ। ਉਸੂਲ ਨੂੰ ਆਪਾਂ ਨੇ ਕੰਪਰੋਮਾਈਜ਼ ਨਹੀਂ ਕਰਨਾ ਹੈ ਤੇ ਜਿਹੜਾ ਪਾਣਾ ਹੈ ਉਸ ਪਾਣੇ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਹੈ। ਫਿਰ ਉਸੇ ਮੁੰਡੇ ਨੇ ਅੱਗੇ ਸਵਾਲ ਕੀਤਾ ਕਿ ਹੁਜੂਰ ਜੀ, ਜਿਹੜਾ ਸਤਸੰਗ ਹੈ ਉਹਦਾ ਕੀ ਮਹੱਤਵ ਹੈ ਜ਼ਿੰਦਗੀ ਦੇ ਵਿੱਚ? ਹੁਜੂਰ ਜੀ ਨੇ ਬੜੇ ਪਿਆਰ ਦੇ ਨਾਲ ਸਮਝਾਇਆ ਕਿ ਦੇਖੋ ਬੇਟਾ, ਜਿਹੜਾ ਸਤਸੰਗ ਹੈ ਉਹ ਬੇਟਾ ਫੈਂਸ ਦਾ ਕੰਮ ਕਰਦਾ ਹੈ, ਫੈਂਸਿੰਗ ਦਾ ਕੰਮ ਕਰਦਾ ਹੈ। ਜਿਵੇਂ ਦੇਖੋ, ਕਿਸੇ ਪ੍ਰੋਟੈਕਸ਼ਨ ਦੇ ਲਈ ਆਪਾਂ ਫੈਂਸਿੰਗ ਲਾ ਲੈਂਦੇ ਆ, ਉਸ ਤਰੀਕੇ ਦੇ ਨਾਲ ਹੀ ਜਿਹੜਾ ਸਤਸੰਗ ਹੈ ਉਹ ਸਾਨੂੰ ਸੱਚ ਦੇ ਨਾਲ ਜੋੜਦਾ ਹੈ। ਉਹ ਸਾਨੂੰ ਮਕਸਦ ਦੱਸਦਾ ਹੈ ਕਿ ਮਕਸਦ ਕੀ ਹੈ। ਦੇਖੋ, ਜਦ ਆਪਾਂ ਸਤਸੰਗ ਦੇ ਵਿੱਚ ਆਉਂਦੇ ਹਾਂ, ਇੱਥੇ ਸਾਨੂੰ ਠੋਕਰ ਵੱਜਦੀ ਹੈ। ਉਹ ਠੋਕਰ ਸਾਨੂੰ ਇੱਕ ਅਹਿਸਾਸ ਦੇ ਉੱਤੇ ਲਿਆ ਕੇ ਖੜਾ ਕਰ ਦਿੰਦੀ ਹੈ ਕਿ ਕੀ ਸਾਡੇ ਵਾਸਤੇ ਸਾਨੂੰ ਚਾਹੀਦਾ ਹੈ। ਜਦ ਸਾਨੂੰ ਜਵਾਬ ਮਿਲਦੇ ਹਨ ਤਾਂ ਸਾਡਾ ਜਿਹੜਾ ਮਨ ਹੈ ਉਹ ਸੱਚ ਦੀ ਤਰਫ ਚੱਲਣਾ ਸ਼ੁਰੂ ਹੋ ਜਾਂਦਾ ਹੈ। ਫਿਰ ਕਿਸੇ ਨੇ ਹੁਜੂਰ ਜੀ ਤੋਂ ਸਵਾਲ ਕੀਤਾ ਕਿ ਹੁਜੂਰ ਜੀ, ਮੈਂ ਆਪ ਜੀ ਨੂੰ ਦੇਖ ਕੇ ਬਹੁਤ ਖੁਸ਼ ਹਾਂ, ਆਈ ਐਮ ਹੈਪੀ ਟੂ ਸੀ ਯੂ। ਤਾਂ ਹੁਜੂਰ ਜੀ ਨੇ ਕਿਹਾ, ਹੁਜੂਰ ਜੀ ਮੁਸਕਰਾਏ। ਫਿਰ ਉਹਨਾਂ ਨੇ ਕੀਤਾ ਕਿ ਹੁਜੂਰ ਜੀ, ਮੈਂ ਲੰਗਰ ਦੀ ਸੇਵਾ ਕਰਦਾ ਹਾਂ, ਵੱਡਾ ਖੁਸ਼ ਰਹਿੰਦਾ। ਜਿਹੜੇ ਕਲੰਦਰ ਪਾਜੀ ਹਨ ਉਹਨਾਂ ਦੇ ਨਾਲ ਸੇਵਾ ਕਰਦਾ ਹਾਂ, ਮੈਨੂੰ ਬੜਾ ਖੁਸ਼ੀ ਮਹਿਸੂਸ ਹੁੰਦੀ ਹੈ। ਤਾਂ ਹੁਜੂਰ ਜੀ ਨੇ ਕਿਹਾ ਕਿ ਬੇਟਾ, ਇਹ ਤਾਂ ਚੰਗੀ ਗੱਲ ਹੈ, ਤੁਸੀਂ ਸੇਵਾ ਕਰਦੇ ਹੋ। ਮੈਂ ਵੀ ਉਹਨਾਂ ਦੇ ਨਾਲ ਸੇਵਾ ਕਰਦਾ ਹੁੰਦਾ ਸੀ, ਤਾਂ ਇਹ ਤਾਂ ਬਹੁਤ ਚੰਗੀ ਗੱਲ ਹੈ। ਫਿਰ ਕਿਸੇ ਨੇ ਹੁਜੂਰ ਜੀ ਤੋਂ ਸਵਾਲ ਕੀਤਾ ਕਿ ਹੁਜੂਰ ਜੀ, ਜਿਹੜਾ ਕਰਮਾਂ ਦਾ ਹਿਸਾਬ ਕਿਤਾਬ ਹੈ, ਕੀ ਉਹ ਦੇਣਾ ਹੀ ਪੈਂਦਾ ਹੈ? ਹੁਜੂਰ ਜੀ ਨੇ ਬੜੇ ਖੋਲ ਕੇ ਸਮਝਾਇਆ ਕਿ ਬੇਟਾ, ਸਾਡੀ ਜਿਹੜੀ ਜ਼ਿੰਦਗੀ ਹੈ ਉਹ ਕਰਮਾਂ ਦੇ ਉੱਤੇ ਹੈ। ਕਰਮ ਸਾਨੂੰ ਇੱਕ ਕਿਸਮਤ ਬਣਾ ਦਿੰਦੇ ਹਨ ਤੇ ਕਿਸਮਤ ਸਾਨੂੰ ਇੱਕ ਮੁਕਾਮ ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਫਿਰ ਮਾਲਕ ਦੇ ਨਾਲ ਦੇ ਨਾਲ ਸਾਨੂੰ ਉਹ ਸੈਂਸ ਆਫ ਡਿਸਕ੍ਰਿਮੀਨੇਸ਼ਨ ਵੀ ਦਿੱਤੀ ਹੈ। ਉਹ ਜਿਹੜੀ ਸੋਚੀ ਸਮਝਦੀ ਤਾਕਤ ਹੈ ਉਹ ਵੀ ਬਖਸ਼ੀ ਹੈ ਕਿ ਆਪਾਂ ਸੱਚ ਦੀ ਤਰਫ ਚੱਲ ਸਕੀਏ। ਬਾਕੀ ਬੇਟਾ, ਜਿਹੜਾ ਕਿਸਮਤ ਦੇ ਵਿੱਚ ਹੈ ਉਹ ਤਾਂ ਸਾਨੂੰ ਜ਼ਰੂਰ ਮਿਲੂਗਾ। ਫਿਰ ਅੱਗੇ ਉਸ ਕੁੜੀ ਨੇ ਪੁੱਛਿਆ ਕਿ ਹੁਜੂਰ ਜੀ, ਅੰਧ ਵਿਸ਼ਵਾਸ ਜਿਹੜਾ ਹੈ, ਕਦੇ ਕਦੇ ਆਪਾਂ ਕੁਝ ਪ੍ਰੈਕਟਿਸ ਇਹੋ ਜਿਹੀਆਂ ਕਰਦੇ ਨੇ ਜਿਹੜੇ ਅੰਧ ਵਿਸ਼ਵਾਸ ਕੈਟੇਗਰਾਈਜ਼ ਹੁੰਦੀ ਹੈ, ਫਿਰ ਆਪਾਂ ਕੀ ਕਰੀਏ? ਹੁਜੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਅੱਜ ਆਪਾਂ ਇੰਨੀ ਮਾਡਰਨ ਸੋਸਾਇਟੀ ਦੇ ਵਿੱਚ ਰਹਿੰਦੇ ਹਾਂ। ਇੱਥੇ ਵੀ ਆਪਾਂ ਜਿਹੜੀਆਂ ਚੀਜ਼ਾਂ ਦੇ ਵਿੱਚ ਕੋਈ ਲੌਜਿਕ ਨਹੀਂ ਹੁੰਦਾ, ਉਹ ਬੇਟਾ ਅੰਧ ਵਿਸ਼ਵਾਸ ਬਣ ਜਾਂਦੀਆਂ ਹਨ। ਜਿਹੜਾ ਚੀਜ਼ ਦੇ ਵਿੱਚ ਲੌਜਿਕ ਹੁੰਦਾ ਹੈ ਉਹ ਸਾਡੇ ਲਈ ਇੱਕ ਰੈਸ਼ਨਲ ਪਰਸਪੈਕਟਿਵ ਬਣ ਜਾਂਦਾ ਹੈ। ਤਾਂ ਬੇਟਾ, ਸਾਨੂੰ ਤਾਂ
ਚੰਗਿਆਂ ਦੀ ਤਰਫ ਚੱਲੀ ਆ। ਹੁੰਦਾ ਕੀ ਹੈ, ਸਾਡੇ ਪਰਿਵਾਰਾਂ ਦੇ ਵਿੱਚ ਆਪਾਂ ਜਿਹੜੀ ਚੀਜ਼ ਪਹਿਲੇ ਤੋਂ ਚੱਲਦੀ ਹੋਈ ਆਈ ਹੈ, ਆਪਾਂ ਉਹਨਾਂ ਨੂੰ ਅੰਧ ਵਿਸ਼ਵਾਸ ਕਰਕੇ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਨਹੀਂ ਦੇਖਦੇ ਕਿ ਇਹਨਾਂ ਵਿੱਚੋਂ ਲੌਜਿਕ ਕੀ ਹੈ। ਜਦ ਆਪਾਂ ਬੇਟਾ ਸੱਚ ਦੀ ਤਰਫ ਦੇਖਾਂਗੇ, ਲੌਜਿਕ ਲਗਾ ਕੇ ਦੇਖਾਂਗੇ, ਸਾਨੂੰ ਸਮਝ ਆਊਗਾ ਕਿਹੜੀ ਚੀਜ਼ ਅੰਧ ਵਿਸ਼ਵਾਸ ਹੈ ਤੇ ਕਿਹੜੀ ਚੀਜ਼ ਅੰਧ ਵਿਸ਼ਵਾਸ ਨਹੀਂ ਹੈ। ਫਿਰ ਕਿਸੇ ਨੇ ਹੁਜੂਰ ਜੀ ਤੋਂ ਸਵਾਲ ਕੀਤਾ ਕਿ ਹੁਜੂਰ ਜੀ, ਜਦ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਹੈ, ਇੱਕ ਵਾਰੀ ਕੋਈ ਗਲਤੀ ਹੋ ਜਾਂਦੀ ਹੈ, ਕਿ ਸਾਨੂੰ ਉਸ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਪੂਰੀ ਜ਼ਿੰਦਗੀ ਦੇਣਾ ਪੈਂਦਾ ਹੈ। ਹੁਜੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਇੱਥੇ ਕੌਣ ਹੈ ਜਿਹੜਾ ਕਹਿ ਸਕਦਾ ਹੈ ਗਲਤੀ ਨਹੀਂ, ਲੇਕਿਨ ਬੇਟਾ ਇੰਪੋਰਟੈਂਟ ਇਹ ਹੈ ਕਿ ਆਪਾਂ ਉਸ ਗਲਤੀ ਤੋਂ ਕਿੰਨਾ ਸਿੱਖਾ ਹੈ। ਜੇ ਬੇਟਾ ਆਪਾਂ ਉਸ ਗਲਤੀ ਤੋਂ ਸਿੱਖਾਂਗੇ, ਉਸ ਗਲਤੀ ਨੂੰ ਦੁਬਾਰਾ ਦੁਹਰਾਵਾਂਗੇ ਨਹੀਂ, ਤਾਂ ਬੇਟਾ ਸਾਡੀ ਚੰਗਾਈ ਹੈ। ਲੇਕਿਨ ਜੇ ਬਾਰ-ਬਾਰ ਆਪਾਂ ਉਸ ਗਲਤੀ ਨੂੰ ਦੁਹਰਾਉਂਦੇ ਰਹਾਂਗੇ ਤਾਂ ਬੇਟਾ ਸਾਨੂੰ ਕੌਣ ਸਿਆਣਾ ਕਹੂਗਾ। ਦੇਖੋ ਬੇਟਾ, ਜ਼ਹਿਰ ਭਾਵੇਂ ਥੋੜਾ ਖਾਓਗੇ, ਭਾਵੇਂ ਜ਼ਿਆਦਾ ਖਾਓਗੇ, ਅਸਰ ਤਾਂ ਕਰੂਗਾ। ਘੱਟ ਜ਼ਹਿਰ, ਥੋੜਾ ਜ਼ਹਿਰ ਥੋੜਾ ਅਸਰ ਕਰੂਗਾ, ਵੱਧ ਜ਼ਹਿਰ ਵਾਧਾ ਅਸਰ ਕਰੂਗਾ, ਲੇਕਿਨ ਬੇਟਾ ਅਸਰ ਤਾਂ ਜ਼ਰੂਰ ਹੋਵੇਗਾ। ਫਿਰ ਵੀ ਸਾਨੂੰ ਬੇਟਾ ਆਪਣੀ ਸੋਚ ਸਮਝ ਦੇ ਨਾਲ ਚੱਲਣਾ ਚਾਹੀਦਾ ਹੈ। ਆਪਣੀ ਸੋਚ ਨੂੰ ਅੱਗੇ ਲੈ ਕੇ ਚੱਲਾਂਗੇ, ਸਮਝਦਾਰੀ ਦੇ ਨਾਲ ਚੱਲਾਂਗੇ ਤਾਂ ਬੇਟਾ ਗਲਤੀਆਂ ਨਹੀਂ ਹੋਣਗੀਆਂ। ਗਲਤੀ ਤੋਂ ਸਿੱਖੋ, ਸਿੱਖਾਂਗੇ ਤਾਂ ਬੇਟਾ ਫਿਰ ਕੁਝ ਫਾਇਦਾ ਮਿਲੇਗਾ। ਫਿਰ ਇੱਕ ਬੀਬੀ ਜੀ ਥੋੜੀ ਜੀ ਇਮੋਸ਼ਨਲ ਹੋ ਕੇ ਪੁੱਛੀ ਕਿ ਹੁਜੂਰ ਜੀ, ਮੈਂ 1 ਸਾਲ ਤੋਂ ਇੱਥੇ ਹੀ ਆ, ਮੇਰਾ ਕੋਈ ਸਹਾਰਾ ਨਹੀਂ ਹੈਗਾ, ਮੈਨੂੰ ਬਹੁਤ ਦੁੱਖ ਹੁੰਦਾ ਹੈ, ਮੈਂ ਇੱਥੇ ਰਹਿੰਦੀ ਆ। ਹੁਜੂਰ ਜੀ ਨੇ ਕਹਾ ਕਿ ਦੇਖੋ, ਸਾਨੂੰ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਹੈ। ਦੇਖੋ, ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਹੈ। ਆਪਣੇ ਭੈਣ ਭਰਾਵਾਂ ਤੋਂ ਮਸ਼ਵਰਾ ਕਰ ਸਕਦੇ ਆ, ਉਹਨਾਂ ਦੀ ਸਪੋਰਟ ਦੇ ਲਈ ਆਪਾਂ ਪਹਿਲਾਂ ਦੇਖ ਸਕਦੇ ਆ, ਲੇਕਿਨ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਹੈ, ਕਦਮ ਨਹੀਂ ਚੁੱਕਣੇ ਹਨ। ਫਿਰ ਕਿਸੇ ਨੇ ਹੁਜੂਰ ਜੀ ਤੋਂ ਸਵਾਲ ਕੀਤਾ ਕਿ ਹੁਜੂਰ ਜੀ, ਜਿਹੜਾ ਕਿ ਆਪਾਂ ਭਜਨ ਸਿਮਰਨ ਤੋਂ ਪਹਿਲਾਂ ਜਿਹੜਾ ਨਾਮਦਾਨ ਸਾਨੂੰ ਮਿਲਦਾ ਹੈ, ਉਸ ਤੋਂ ਪਹਿਲਾਂ ਜੇ ਆਪਾਂ ਨੇ ਨੌਨ ਵੈਜ ਖਾਤਾ ਹੋਵੇ ਜਾਂ ਖਾਂਦੇ ਹੁੰਦੇ ਸੀ ਆਪਾਂ ਨੌਨ ਵੈਜ, ਤਾਂ ਹੁਜੂਰ ਜੀ ਉਹਦਾ ਰਿਗਰੈਟ ਰਹਿੰਦਾ ਹੈ ਮਨ ਦੇ ਵਿੱਚ, ਤੇ ਉਹਨੂੰ ਆਪਾਂ ਕਿਵੇਂ, ਉਸ ਚੀਜ਼ ਦਾ ਜਿਹੜਾ ਕਰਮ ਹੈ ਉਹ ਕਿਵੇਂ ਆਪਾਂ ਕੱਟ ਸਕਦੇ ਹਾਂ। ਹੁਜੂਰ ਜੀ ਨੇ ਕਿਹਾ ਕਿ ਦੇਖੋ, ਭਜਨ ਸਿਮਰਨ ਸਾਨੂੰ ਦਿੱਤਾ ਜਾਂਦਾ ਹੈ, ਜਦ ਨਾਮਦਾਨ ਦਿੱਤਾ ਜਾਂਦਾ ਹੈ, ਸਾਨੂੰ ਉਸ ਵੇਲੇ ਹੀ ਜਿਹੜੇ ਅਸੂਲ ਹਨ ਉਹ ਸਮਝਾ ਦਿੱਤੇ ਜਾਂਦੇ ਹਨ। ਭਜਨ ਸਿਮਰਨ ਕੋਈ ਲੈਂਦਾ ਹੈ, ਉਹ ਇਹਨਾਂ ਚੀਜ਼ਾਂ ਨੂੰ ਛੋੜਨ ਵਾਸਤੇ ਹੀ ਲੈਂਦਾ ਹੈ। ਤਾਂ ਬੇਟਾ ਜਿਹੜਾ ਪਿੱਛੇ ਹੋ ਗਿਆ ਉਸ ਨੂੰ ਕੱਟੂਗਾ ਭਜਨ ਸਿਮਰਨ। ਤਾਂ ਕਰਕੇ ਹੀ ਭਜਨ ਸਿਮਰਨ ਦਿੱਤਾ ਜਾਂਦਾ ਹੈ ਕਿ ਜਿਹੜੀ ਪਹਿਲੀਆਂ ਗਲਤੀਆਂ ਹੋਈਆਂ ਹਨ ਉਹਨਾਂ ਨੂੰ ਆਪਾਂ ਨਾਮ ਦੀ ਸਾਬਣ ਦੇ ਨਾਲ ਧੋ ਸਕੀਏ। ਹੋਵੇਗਾ ਭਜਨ ਸਿਮਰਨ ਦੇ ਨਾਲ। ਫਿਰ ਕਿਸੇ ਨੇ ਸਵਾਲ ਕੀਤਾ ਕਿ ਹੁਜੂਰ ਜੀ, ਮੇਰੀ ਜਿਹੜੀ ਵਾਈਫ ਹੈ ਉਹ ਸਤਸੰਗ ਦੇ ਵਿੱਚ ਨਹੀਂ ਆਉਂਦੀ ਹੈ। ਤਾਂ ਹੁਜੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਸਤਸੰਗ ਜਿਹੜਾ ਹੈ ਉਹ ਪਿਆਰ ਦਾ ਸੌਦਾ ਹੈ। ਬੇਟਾ, ਸਾਨੂੰ ਕਿਸੇ ਦੇ ਨਾਲ ਪ੍ਰੈਸ਼ਰ ਨਹੀਂ ਪਾਣਾ, ਦਬਾਅ ਨਹੀਂ ਪਾਣਾ। ਸਾਨੂੰ ਚੰਗਾ ਐਗਜ਼ਾਮਪਲ ਬਣ ਕੇ ਦਿਖਾਣਾ ਹੈ। ਜੇ ਆਪਾਂ ਚੰਗੇ ਉਦਾਹਰਣ ਬਣਾਂਗੇ ਉਹਨਾਂ ਦੇ ਸਾਹਮਣੇ, ਤਾਂ ਬੇਟਾ ਜ਼ਰੂਰ ਉਹਨਾਂ ਦੇ ਮਨ ਦੇ ਉੱਤੇ ਅਸਰ ਪਊਗਾ। ਲੇਕਿਨ ਆਪਾਂ ਨੇ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਹੈ। ਆਪਾਂ ਨੂੰ ਉਹਨਾਂ ਦੀ ਸੋਚ ਦੀ ਵੀ ਰਿਸਪੈਕਟ ਕਰਨੀ ਹੈ। ਫਿਰ ਕਿਸੇ ਨੇ ਹੁਜੂਰ ਜੀ ਤੋਂ ਸਵਾਲ ਕੀਤਾ ਕਿ ਹੁਜੂਰ ਜੀ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ, ਤਾਂ ਮੈਂ ਚਾਹੁੰਦਾ ਕਿ ਮੈਂ ਤੁਹਾਡਾ ਬੋਡੀਗਾਰਡ ਬਣ ਜਾਵਾਂ ਤੇ ਤੁਹਾਡੀ ਸੇਵਾ ਦੇ ਵਿੱਚ ਲੱਗ ਜਾਵਾਂ। ਹੁਜੂਰ ਜੀ ਨੇ ਕਿਹਾ ਕਿ ਬੇਟਾ, ਮੇਰਾ ਬੋਡੀਗਾਰਡ ਬਣ ਕੇ ਕਿ ਤੂੰ ਪਾਸ ਹੋ ਜਾਊਗਾ, ਕਿ ਤੂੰ ਤਰੱਕੀ ਪਾ ਜਾਊਗਾ। ਉਹਨਾਂ ਨੇ ਕਿਹਾ ਕਿ ਜੀ ਹੁਜੂਰ ਜੀ, ਤੁਹਾਡੇ ਨਾਲ ਰਹਿ ਕੇ ਮੈਂ ਹੋ ਜਾਊਂਗਾ। ਹੁਜੂਰ ਜੀ ਨੇ ਕਿਹਾ ਕਿ ਬੇਟਾ ਨਹੀਂ, ਸੰਤਾਂ ਦੀ ਸੇਵਾ ਇਹ ਨਹੀਂ ਕਿ ਆਪਾਂ ਸੰਤ ਦੇ ਕੋਲੇ ਰਹਿ ਕੇ ਹੀ ਸੰਤ ਦੀ ਸੇਵਾ ਕਰੀਏ। ਸੰਤਾਂ ਦੀ ਸੇਵਾ ਤਾਂ ਆਪਾਂ ਕਿੱਥੇ ਵੀ ਰਹਿ ਕੇ ਕਰ ਸਕਦੇ ਹਾਂ। ਉਹ ਸੱਚੀ ਸੇਵਾ ਕੀ ਹੈ? ਉਹ ਭਜਨ ਸਿਮਰਨ ਹੈ। ਤੇ ਦੂਜੀ ਸੇਵਾ ਬਾਹਰ ਦੀ ਸੇਵਾ ਹੈ, ਉਹ ਵੀ ਆਪਾਂ ਕਿਤੇ ਵੀ ਕਰ ਸਕਦੇ ਹਾਂ। ਤਾਂ ਹੁਜੂਰ ਜੀ ਨੇ ਸਮਝਾਇਆ ਕਿ ਇਹ ਜ਼ਰੂਰੀ ਨਹੀਂ ਕਿ ਆਪਾਂ ਸਿਰਫ ਸੋਚੀਏ ਕਿ ਆਪਾਂ ਸਤਿਗੁਰੂ ਦੇ ਨਾਲ ਹੀ ਰਹਿ ਕੇ ਸੇਵਾ ਕਰ ਸਕੀਏ। ਫਿਰ ਉਹਨਾਂ ਨੇ ਕਿਹਾ, ਹੁਜੂਰ ਜੀ ਨੇ, ਕਿ ਮੇਰੇ ਜਿਹੜੇ ਬੋਡੀਗਾਰਡ ਨੇ ਉਹ ਤਾਂ ਹੋਰ ਦੁਖੀ ਰਹਿੰਦੇ ਨੇ, ਭਜਦੇ ਹੀ ਰਹਿੰਦੇ ਹਨ। ਤਾਂ ਉਹ ਮੁੰਡਾ ਕਹਿੰਦਾ, ਹੁਜੂਰ ਜੀ ਆਪਾਂ ਵੀ ਪਰੇਸ਼ਾਨ ਰਹਿ ਲਿਆਂਗੇ। ਤਾਂ ਹੁਜੂਰ ਜੀ ਕਹਿਣ ਲੱਗੇ, ਬੇਟਾ ਵਕਤ ਦਾ ਤਕਾਜ਼ਾ ਹੋਵੇਗਾ, ਮਾਲਿਕ ਆਪਣੇ ਆਪ ਬਖਸ਼ਿਸ਼ ਕਰੂ। ਫਿਰ ਕਿਸੇ ਨੇ ਹੁਜੂਰ ਜੀ ਤੋਂ ਸਵਾਲ ਕੀਤਾ ਕਿ ਹੁਜੂਰ ਜੀ, ਮੇਰੀ ਭੈਣ ਦੀ ਗਵਰਨਮੈਂਟ ਜੌਬ ਨਹੀਂ ਲੱਗਦੀ, ਉਹ ਬਹੁਤ ਦੁਖੀ ਰਹਿੰਦੀ ਹੈ, ਹੁਜੂਰ ਜੀ ਤੁਸੀਂ ਮਿਹਰ ਕਰੋ। ਹੁਜੂਰ ਜੀ ਨੇ ਕਿਹਾ ਕਿ ਬੇਟਾ ਦੇਖੋ, ਸਾਨੂੰ ਇਸ ਜਿਹੜਾ ਇਲੂਜ਼ਨ ਹੈ, ਜਿਹੜਾ ਭਰਮ ਹੈ, ਇਸ ਤੋਂ ਪਾਰ ਆਣਾ ਹੈ। ਸੰਤਾਂ ਮਹਾਤਮਾ ਦੇ ਸਾਹਮਣੇ ਇਹ ਦੁਨਿਆਵੀ ਚੀਜ਼ਾਂ ਨਹੀਂ ਮੰਗਦੇ, ਇਹ ਮੈਟਰੀਅਲਿਸਟਿਕ ਚੀਜ਼ਾਂ ਨਹੀਂ ਮੰਗਦੇ। ਆਪਾਂ ਤਾਂ ਸ਼ੁਕਰ ਕਰਨਾ ਹੈ ਬੇਟਾ, ਜੋ ਕੁਝ ਵੀ ਮਾਲਕ ਨੇ ਦਿੱਤਾ ਹੈ ਉਹਦਾ ਸ਼ੁਕਰ ਕਰਨਾ ਹੈ। ਆਪਾਂ ਕੀ ਕਰਦੇ ਹਾਂ? ਆਪਾਂ ਗਿਲੇ ਸ਼ਿਕਵੇ ਲੈ ਕੇ ਬਹਿ ਜਾਂਦੇ ਹਾਂ। ਆਪਾਂ ਸੋਚਦੇ ਹਾਂ ਜੀ ਬਾਬਾ ਦੇ ਕੋਲੇ ਜਾਂਦੇ ਹਾਂ, ਉੱਥੇ ਕੰਮ ਨਹੀਂ ਹੁੰਦਾ, ਆਪਾਂ ਗਿਲੇ ਸ਼ਿਕਵੇ ਲੈ ਕੇ ਬਹਿ ਜਾਂਦੇ ਹਾਂ। ਬੇਟਾ ਸ਼ੁਕਰ ਕਰੋ, ਸ਼ੁਕਰ ਕਰੋ।
ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਪਰਮਾਰਥ ਦੇ ਵਿੱਚ ਬਹੁਤ ਲਿਮਿਟੇਸ਼ਨਸ ਹੁੰਦੀਆਂ ਹਨ, ਬਹੁਤ ਰਿਸਟ੍ਰਿਕਸ਼ਨਸ ਹੁੰਦੀਆਂ ਹਨ, ਕਦੇ-ਕਦੇ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਅਸਰ ਵੀ ਬਹੁਤ ਪੈਂਦਾ ਹੈ। ਹਜ਼ੂਰ ਜੀ ਨੇ ਸਮਝਾਇਆ ਕਿ ਦੇਖੋ ਪਰਮਾਰਥ ਦਾ ਜਿਹੜਾ ਰਸਤਾ ਹੈ ਉਹਦੇ ਵਿੱਚ ਜਿਹੜੇ ਅਸੂਲ ਸਮਝਾਏ ਜਾਂਦੇ ਹਨ ਉਹ ਇਹ ਨਹੀਂ ਕਿ ਤੁਸੀਂ ਇੱਕ ਰਾਤ ਦੇ ਵਿੱਚ ਜਾਂ ਇੱਕ ਦਿਨ ਦੇ ਵਿੱਚ ਉਹਨਾਂ ਨੂੰ ਫੋਲੋ ਕਰ ਲਓਗੇ। ਬੇਟਾ ਧੀਰੇ ਧੀਰੇ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਫਿਰ ਉਹ ਤੁਹਾਡੇ ਮਨ ਦੇ ਉੱਤੇ ਅਸਰ ਆਊਗਾ। ਬੇਟਾ ਸਾਨੂੰ ਬੈਲੈਂਸ ਬਣਾ ਕੇ ਚੱਲਣਾ ਹੈ ਜ਼ਿੰਦਗੀ ਦੇ ਵਿੱਚ, ਸਾਨੂੰ ਜ਼ਿੰਦਗੀ ਬੈਲੈਂਸ ਅਪਰੋਚ ਦੇ ਨਾਲ ਜੀਣੀ ਹੈ। ਹਰ ਚੀਜ਼ ਨੂੰ ਟਾਈਮ ਦਿੰਦੇ ਹੋਏ ਜਿਹੜੇ ਅਸੂਲ ਹੈ ਉਹਨਾਂ ਨੂੰ ਨਿਭਾਉਣਾ ਹੈ ਤੇ ਹੋਵੇਗਾ ਬੇਟਾ ਸਮੇਂ ਦੇ ਨਾਲ, ਪ੍ਰੈਕਟਿਸ ਦੇ ਨਾਲ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਭਜਨ ਸਿਮਰਨ ਦੇ ਵਕਤ ਜਿਹੜਾ ਨਾਮਦਾਨ ਮਿਲਿਆ ਸੀ ਉਸ ਵੇਲੇ ਸਮਝਾਇਆ ਗਿਆ ਸੀ ਕਿ ਬਾਬਾ ਜੀ ਦੀਆਂ ਅੱਖਾਂ ਦੇ ਵਿੱਚ ਵੇਖਣਾ ਹੈ ਤੇ ਆਈ ਕੰਟੈਕਟ ਕਰਨਾ ਹੈ, ਤੇ ਆਮ ਤੌਰ ਦੇ ਉੱਤੇ ਵੀ ਜਦ ਦਰਸ਼ਨ ਬਾਬਾ ਜੀ ਦੇ ਹੁੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਬਾਬਾ ਜੀ ਦੀਆਂ ਅੱਖਾਂ ਵੱਲ ਵੇਖਣਾ ਚਾਹੀਦਾ ਹੈ। ਤਾਂ ਮੈਨੂੰ ਕਦੇ ਅਹਿਸਾਸ ਨਹੀਂ ਰਹਿੰਦਾ ਕਿ ਬਾਬਾ ਜੀ ਮੇਰੇ ਤਰਫ ਦੇਖਦੇ ਨੇ, ਆਈ ਕੰਟੈਕਟ ਨਹੀਂ ਹੋ ਪਾਉਂਦਾ। ਤਾਂ ਹਜ਼ੂਰ ਜੀ ਨੇ ਸਮਝਾਇਆ ਕਿ ਬੇਟਾ ਸਾਨੂੰ ਇਹੋ ਜਿਹੀਆਂ ਗੱਲਾਂ ਦੇ ਵਿੱਚ ਨਹੀਂ ਫਸਣਾ ਹੈ। ਇਹ ਨਹੀਂ ਕਿ ਮਾਲਿਕ ਕਿਸੇ ਨੂੰ ਦੇਖਦਾ ਹੈ ਕਿਸੇ ਨੂੰ ਨਹੀਂ ਦੇਖਦਾ, ਉਹ ਸਾਰਿਆਂ ਨੂੰ ਦੇਖਦੇ ਨੇ, ਉਹਨਾਂ ਦਾ ਦੇਖਣਾ ਜ਼ਰੂਰੀ ਹੈ। ਸਾਡੀ ਵੱਲੋਂ ਸਾਨੂੰ ਸੋਚਦੇ ਆ ਜੀ ਸਾਡੇ ਵੱਲੋਂ ਵਿਖ ਗਿਆ, ਨਹੀਂ ਹੋਣ ਲੱਗਾ ਬੇਟਾ, ਉਹ ਸਾਰਿਆਂ ਨੂੰ ਦੇਖਦੇ ਨੇ, ਇਹੋ ਜੀ ਕੋਈ ਗੱਲ ਨਹੀਂ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਕਈ ਵਾਰੀ ਆਪਾਂ ਦੇਖਦੇ ਹਾਂ ਕੁਝ ਸੇਵਾਦਾਰ ਜਾਂ ਕੁਝ ਸਾਨੂੰ ਪਤਾ ਲੱਗਦਾ ਹੈ ਕਿ ਭਜਨ ਸਿਮਰਨ ਲੈਣ ਤੋਂ ਬਾਅਦ, ਇਨੀਸ਼ੀਏਸ਼ਨ ਲੈਣ ਤੋਂ ਬਾਅਦ ਵੀ ਕਦੇ-ਕਦੇ ਉਹ ਨੌਨ ਵੈਜ ਲੈ ਲੈਂਦੇ ਆ ਜਾਂ ਕੁਝ ਇੰਟੌਕਸੀਕੈਂਟ ਕਰ ਲੈਂਦੇ ਆ, ਤਾਂ ਹਜ਼ੂਰ ਜੀ ਇਹ ਕਿਉਂ ਹੁੰਦਾ ਹੈ? ਹਜ਼ੂਰ ਜੀ ਨੇ ਸਭ ਤੋਂ ਪਹਿਲਾਂ ਕਹਾ ਕਿ ਬੇਟਾ ਦੇਖੋ ਭਜਨ ਸਿਮਰਨ ਜਦ ਸਾਨੂੰ ਦਿੱਤਾ ਗਿਆ ਸੀ, ਜਦ ਇਨੀਸ਼ੀਏਸ਼ਨ ਨਾਮਦਾਨ ਸਾਨੂੰ ਦਿੱਤਾ ਗਿਆ ਸੀ ਬੇਟਾ, ਉਸ ਵਕਤ ਹੀ ਸਾਰੇ ਉਸੂਲ ਖੋਲ ਦਿੱਤੇ ਗਏ ਸੀ, ਕਿਸੇ ਚੀਜ਼ ਦੇ ਉੱਤੇ ਪਰਦਾ ਨਹੀਂ ਰੱਖਿਆ ਸੀ। ਤਾਂ ਬੇਟਾ ਸਾਰਾ ਕੁਝ ਜਾਣਨ ਤੋਂ ਬਾਅਦ ਵੀ ਜੇ ਆਪਾਂ ਗਲਤੀ ਕਰਾਂਗੇ ਤਾਂ ਬੇਟਾ ਭੁਗਤਾਨ ਤਾਂ ਫਿਰ ਦੇਣਾ ਪਊਗਾ, ਹੋਰ ਦੇਣਾ ਪਊਗਾ। ਬੇਟਾ ਵਚਨਬੱਧ ਹੁੰਦੇ ਆ ਆਪਾਂ, ਜਦ ਇਨੀਸ਼ੀਏਸ਼ਨ ਮਿਲਦਾ ਹੈ, ਜਦ ਨਾਮਦਾਨ ਮਿਲਦਾ ਹੈ, ਆਪਾਂ ਆਪਣੇ ਗੁਰੂ ਦੇ ਸਾਹਮਣੇ ਵਾਅਦਾ ਕਰਦੇ ਹਾਂ। ਜੇ ਆਪਾਂ ਉਸ ਵਾਅਦੇ ਨੂੰ ਤੋੜਾਂਗੇ ਤਾਂ ਬੇਟਾ ਸਾਨੂੰ ਕੌਣ ਸਿਆਣਾ ਕਹੂਗਾ? ਤਾਂ ਬੇਟਾ ਸਾਨੂੰ ਵਚਨ ਦੇ ਨਹੀਂ ਚੱਲਣਾ ਹੈ। ਨਾਲੇ ਹਜ਼ੂਰ ਜੀ ਨੇ ਸਮਝਾਇਆ ਕਿ ਬੇਟਾ ਸਾਨੂੰ ਓਪਨਲੀ ਕਦੇ ਕਿਸੇ ਦੇ ਉੱਤੇ ਉਂਗਲ ਨਹੀਂ ਚੁੱਕਣੀ ਹੈ, ਕਿਸੇ ਨੂੰ ਜੱਜ ਨਹੀਂ ਕਰਨਾ ਹੈ ਤੇ ਸਾਨੂੰ ਕਿਸੇ ਨੂੰ ਜਜਮੈਂਟ ਦੀ ਤਰਫ ਲੈ ਕੇ ਨਹੀਂ ਜਾਣਾ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਇੱਕ ਮੇਰੀ ਨਾਲ ਦੀ ਸਤਸੰਗੀ ਹੈ, ਉਹ ਕਹਿੰਦੀ ਹੈ ਕਿ ਮੇਰੇ ਦਿਮਾਗ ਦੇ ਉੱਤੇ ਤੇ ਸਰ ਦੇ ਉੱਤੇ ਇੱਕ ਸਾਊਂਡ ਸੁਣਾਈ ਦਿੰਦੀ ਹੈ, ਬਹੁਤ ਤੇਜ਼ ਆਵਾਜ਼ ਸੁਣਦੀ ਹੈ। ਤਾਂ ਹਜ਼ੂਰ ਜੀ ਨੇ ਕਿਹਾ ਕਿ ਇਹ ਤਾਂ ਚੰਗੀ ਗੱਲ ਹੈ, ਇੱਥੇ ਤਾਂ ਕਈ ਹੈਗੇ ਆ ਜਿਹੜੇ ਕਹਿੰਦੇ ਆ ਕੁਝ ਨਹੀਂ ਸੁਣਾਈ ਦਿੰਦਾ, ਜੇ ਉਹਨਾਂ ਨੂੰ ਸੁਣਾਈ ਦਿੰਦਾ ਹੈ ਤਾਂ ਬਹੁਤ ਚੰਗੀ ਗੱਲ ਹੈ ਬੇਟਾ, ਐਪਰੀਸ਼ੀਏਟ ਕਰਨਾ ਚਾਹੀਦਾ ਹੈ ਤੇ ਸਾਨੂੰ ਸ਼ੁਕਰ ਕਰਕੇ ਅੱਗੇ ਵਧਣਾ ਚਾਹੀਦਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਜਦ ਆਪਾਂ ਕਿਸੇ ਦੇ ਨਾਲ ਪਿਆਰ ਕਰਦੇ ਆ, ਬਹੁਤ ਸ਼ਿੱਦਤ ਦੇ ਨਾਲ ਪਿਆਰ ਕਰਦੇ ਆ, ਲੇਕਿਨ ਫਿਰ ਵੀ ਉਹ ਬੰਦਾ ਸਾਨੂੰ ਨਹੀਂ ਮਿਲਦਾ, ਤਾਂ ਹਜ਼ੂਰ ਜੀ ਫਿਰ ਬਹੁਤ ਦੁੱਖ ਹੁੰਦਾ ਹੈ। ਹਜ਼ੂਰ ਜੀ ਨੇ ਸਮਝਾਇਆ ਕਿ ਬੇਟਾ ਦੇਖੋ ਅੱਜ ਕੱਲ ਨਾ ਦੁਨੀਆ ਦੇ ਵਿੱਚ ਜਿਸ ਨੂੰ ਆਪਾਂ ਪਿਆਰ ਕਹਿੰਦੇ ਆ, ਇਹ ਜਿਸਮਾਨੀ ਪਿਆਰ ਹੈ ਬੇਟਾ, ਇਹਨੂੰ ਮੋਹ ਕਹਿੰਦੇ ਆ ਤੇ ਮੋਹ ਸ਼ੁਰੂ ਹੁੰਦਾ ਹੈ ਅਟੈਚਮੈਂਟ ਤੇ ਇੱਕ ਦਿਨ ਖਤਮ ਹੋ ਜਾਂਦਾ ਹੈ। ਬੇਟਾ ਪਿਆਰ ਕੀ ਹੈ? ਇਹ ਪਿਆਰ ਨਹੀਂ ਹੈ ਜਿਹੜਾ ਜਿਸਮਾਂ ਦੇ ਨਾਲ ਹੁੰਦਾ ਹੈ। ਪਿਆਰ ਤਾਂ ਬੇਟਾ ਉਹ ਚੀਜ਼ ਹੈ ਜਿਹਦੇ ਵਿੱਚ ਕੋਈ ਡਿਮਾਂਡ ਨਹੀਂ ਰਹਿੰਦੀ, ਸਿਰਫ ਕੁਰਬਾਨੀ ਹੀ ਕੁਰਬਾਨੀ ਰਹਿੰਦੀ ਹੈ, ਉਹ ਪਿਆਰ ਹੈ। ਉਸ ਪਿਆਰ ਦੇ ਉੱਤੇ ਜਾਣਾ ਹੈ ਬੇਟਾ, ਇਹ ਜਿਸਮਾਨੀ ਪਿਆਰ ਨਹੀਂ। ਤੇ ਜਿਸ ਦੇ ਨਾਲ ਆਪਾਂ ਸੱਚੀ ਸ਼ਿੱਦਤ ਦੇ ਨਾਲ ਪਿਆਰ ਕਰਾਂਗੇ ਬੇਟਾ, ਉਹ ਸਾਨੂੰ ਜ਼ਰੂਰ ਮਿਲੇਗਾ, ਲੇਕਿਨ ਉਹ ਪਿਆਰ ਹੋਣਾ ਚਾਹੀਦਾ ਹੈ, ਮੋਹ ਨਹੀਂ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਕਿਸਮਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿਹੜਾ ਕੁਝ ਹੈ ਉਹ ਸਾਨੂੰ ਜ਼ਰੂਰ ਮਿਲਦਾ ਹੈ, ਕਿ ਜੇ ਨਹੀਂ ਮਿਲਦਾ, ਤਾਂ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਬਿਲਕੁਲ ਸੱਚ ਹੈ। ਕਿਸਮਤ ਬਣੀ ਹੈ ਸਾਡੇ ਕਰਮਾਂ ਦੇ ਨਾਲ, ਤੇ ਕਿਸਮਤ ਦੇ ਵਿੱਚ ਜੋ ਹੁੰਦਾ ਹੈ ਉਹ ਮਾਲਿਕ ਸਾਨੂੰ ਜ਼ਰੂਰ ਦਿੰਦਾ ਹੈ, ਤੇ ਜਿਹੜਾ ਕੁਝ ਨਹੀਂ ਹੈ ਮਾਲਿਕ ਸਾਨੂੰ ਨਹੀਂ ਦਿੰਦਾ। ਲੇਕਿਨ ਬੇਟਾ ਆਪਾਂ ਨੂੰ ਤਾਂ ਮਾਲਿਕ ਤੋਂ ਚੰਗੀਆਂ ਚੀਜ਼ਾਂ ਮੰਗਣੀਆਂ ਚਾਹੀਦਾ, ਮਾਲਿਕ ਜੋ ਵੀ ਸਾਡੇ ਲਈ ਠੀਕ ਸਮਝੇ ਉਹ ਸਾਨੂੰ ਦੇ ਦੇ, ਸਾਨੂੰ ਉਸ ਲੈਵਲ ਦੇ ਉੱਤੇ ਸਾਨੂੰ ਲੈ ਕੇ ਜਾਣਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਮੇਰੀ ਜਿਹੜੀ ਫਰੈਂਡ ਹੈ ਉਹ ਕਦੇ-ਕਦੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਕੇ ਮੈਨੂੰ ਕਹਿੰਦੀ ਹੈ ਕਿ ਮੇਰਾ ਜਿਹੜਾ ਗੁਰੂ ਹੈ ਬਾਬਾ ਜੀ, ਉਹ ਮੇਰੇ ਸਾਹਮਣੇ ਬੈਠ ਕੇ ਮੇਰੇ ਨਾਲ ਗੱਲਾਂ ਕਰਦੇ ਹਨ। ਤਾਂ ਹਜ਼ੂਰ ਜੀ ਨੇ ਕਿਹਾ ਕਿ ਇਹ ਤਾਂ ਬਹੁਤ ਚੰਗੀ ਗੱਲ ਹੈ, ਤੁਹਾਡੇ ਲਈ ਤਾਂ ਹੋਰ ਬੈਨੀਫਿਟ ਹੋ ਗਿਆ ਕਿ ਤੁਹਾਡੀ ਜਿਹੜੀ ਫਰੈਂਡ ਹੈ ਉਹ ਗੁਰੂ ਦੇ ਨਾਲ ਗੱਲਾਂ ਕਰਦੀ ਹੈ। ਸਾਰੇ ਹੱਸਣ ਲੱਗ ਪਏ। ਫਿਰ ਹਜ਼ੂਰ ਜੀ ਤੋਂ ਕਿਸੇ ਨੇ ਸਵਾਲ ਕੀਤਾ ਕਿ ਹਜ਼ੂਰ ਜੀ
ਕਿ ਬਾਬਾ ਜੀ ਸਾਡੇ ਨਾਲ ਨਾਰਾਜ਼ ਨੇ? ਤਾਂ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਗੁਰੂ ਸਾਡੇ ਤੋਂ ਕਦੇ ਨਾਰਾਜ਼ ਨਹੀਂ, ਆਪਾਂ ਨਾਰਾਜ਼ਗੀ ਲੈ ਕੇ ਬੈਠ ਜਾਂਦੇ ਹਾਂ। ਬੇਟਾ ਆਪਾਂ ਆਪਣੀ ਚਾਹਤਾਂ ਨੂੰ ਲੈ ਕੇ, ਆਪਣੀ ਸੋਚ ਨੂੰ ਅੱਗੇ ਲੈ ਕੇ ਬੈਠ ਜਾਂਦੇ ਹਾਂ, ਤਾਂ ਕਰਕੇ ਆਪਾਂ ਉਹ ਨਾਰਾਜ਼ਗੀ ਜ਼ਾਹਿਰ ਕਰਦੇ ਹਾਂ, ਲੇਕਿਨ ਗੁਰੂ ਸਾਡੇ ਤੋਂ ਕਦੇ ਨਾਰਾਜ਼ ਨਹੀਂ, ਉਹ ਤੋਂ ਪਿਆਰ ਦੇ ਸਾਗਰ ਹੁੰਦੇ ਹਨ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਤੁਸੀਂ ਮੈਨੂੰ ਇੱਕ ਸਟੇਟਮੈਂਟ ਦੇ ਵਿੱਚ ਕੋਈ ਇਹੋ ਜਿਹੀ ਗੱਲ ਸਮਝਾਓ ਕਿ ਜਿਹੜੀ ਮੈਨੂੰ ਹਮੇਸ਼ਾ ਯਾਦ ਰਵੇ। ਤਾਂ ਹਜ਼ੂਰ ਜੀ ਨੇ ਕਿਹਾ ਕਿ ਬੇਟਾ ਇੰਨੇ ਸੰਗਤ ਇੰਨੇ ਸਤਸੰਗ ਹੁੰਦੇ ਹਨ, ਕੋਈ ਵੀ ਗੱਲ ਫੜ ਲਓ, ਸਾਰੀਆਂ ਹੀ ਇੱਕੋ ਜਿਹੀਆਂ ਹਨ। ਤਾਂ ਫਿਰ ਵੀ ਮੈਂ ਤੁਹਾਨੂੰ ਕਹਿਣਾ ਹਾਂ ਕਿ ਜੇ ਇੱਕ ਚੀਜ਼ ਦੇ ਵਿੱਚ ਪੜਨਾ ਹੈ ਬੇਟਾ, ਚੰਗੇ ਇਨਸਾਨ ਬਣੋ, ਬੀ ਅ ਗੁੱਡ ਹਿਊਮਨ ਬੀਇੰਗ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ, ਉਹ ਥੋੜਾ ਜਿਹਾ ਐਲੈਬੋਰੇਟ ਕਰਕੇ ਉਹਨਾਂ ਨੇ ਕਿਹਾ ਇਵੋਲੂਸ਼ਨ ਬਾਰੇ ਕਿ ਹਜ਼ੂਰ ਜੀ formation हुई, बिग बैंग theory create हुई, lots of stuff he asked about universe and all those things. So Huzur ji said, beta don't indulge into all these things. beta ਜਿਹੜੀ ਚੀਜ਼ ਸਾਡੇ ਸਾਹਮਣੇ ਹੈ ਉਹਦੇ ਉੱਤੇ ਧਿਆਨ ਦਿਓ। ਇਹ ਜਿਹੜੀ ਜਿਸਮ ਸਾਨੂੰ ਮਿਲਾ ਹੈ ਬੇਟਾ ਅਪੋਰਚੁਨਿਟੀ ਹੈ, ਇਹਦੇ ਵਿੱਚ ਸਾਨੂੰ ਬੇਟਾ ਉਸ ਅਪੋਰਚੁਨਿਟੀ ਨੂੰ ਯੂਟਿਲਾਈਜ਼ ਕਰਦੇ ਹੋਏ ਇਸ ਮਾਲਿਕ ਦੇ ਨਾਲ ਮਿਲਣਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਮੈਂ ਆਪਣੇ ਮੁਰਸ਼ਦ ਨੂੰ ਮਿਲਣਾ ਚਾਹੁੰਦੀ ਹਾਂ, ਮੈਂ ਸੱਚਖੰਡ ਜਾਣਾ ਚਾਹੁੰਦੀ ਹਾਂ, ਮੈਂ ਕਿਵੇਂ ਉਸ ਗੁਰੂ ਦੇ ਨਾਲ ਮਿਲ ਸਕਦੀ ਹਾਂ? ਹਜ਼ੂਰ ਜੀ ਨੇ ਕਿਹਾ ਕਿ ਬੇਟਾ ਪਿਆਰ, ਜਦ ਉਹ ਪਿਆਰ, ਉਹ ਸ਼ਿੱਦਤ ਸਾਡੇ ਅੰਦਰ ਆਂਦੀ ਹੈ, ਉਹ ਗੁਰੂ ਆਪਣੇ ਆਪ ਖਿੱਚ ਕੇ ਚਲਾ ਆਉਂਦਾ ਹੈ। ਬੇਟਾ ਉਹ ਪਿਆਰ ਲੈ ਕੇ ਆਣਾ ਹੈ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਜਿਹੜਾ ਡੁਅਲ ਫੂਡ ਕਨਸੈਪਟ ਹੈ ਕਿ ਰੈਸਟੋਰੈਂਟ ਦੇ ਵਿੱਚ ਆਪਾਂ ਜਾਂਦੇ ਹਾਂ, ਉੱਥੇ ਨਾਨ ਵੈਜ ਤੇ ਵੈਜ ਇਕੱਠਾ ਇੱਕ ਰੈਸਟੋਰੈਂਟ ਸਰਵ ਕਰਦਾ ਹੈ, ਤਾਂ ਹਜ਼ੂਰ ਜੀ ਆਪਾਂ ਆਪਣੇ ਆਪ ਨੂੰ ਕਿਵੇਂ ਬਚਾਈਏ? ਹਜ਼ੂਰ ਜੀ ਨੇ ਕਿਹਾ ਕਿ ਬੇਟਾ ਚੂਜ਼ ਬੈਸਟ ਅਲਟਰਨੇਟਿਵ ਫॉर ਯੂ। ਬੇਟਾ ਆਪਾਂ ਫੋਰਨ ਕੰਟਰੀ ਦੇ ਵਿੱਚ ਤਾਂ ਨਹੀਂ ਰਹਿੰਦੇ ਜਿੱਥੇ ਬਹੁਤ ਕਮ ਆਪਸ਼ਨ ਨੇ, ਬੇਟਾ ਆਪਾਂ ਇੰਡੀਆ ਦੇ ਵਿੱਚ ਰਹਿੰਦੇ ਆ, ਇੱਥੇ ਤਾਂ ਬਹੁਤ ਆਪਸ਼ਨ ਨੇ, ਤੁਸੀਂ ਰੈਸਟੋਰੈਂਟ ਬਦਲ ਸਕਦੇ ਹੋ। ਇਹ ਤਾਂ ਨਹੀਂ ਕਿ ਆਪਾਂ ਨੂੰ ਉਸੇ ਦੇ ਵਿੱਚ ਜਾਣਾ ਹੈ। ਬੇਟਾ ਆਪਣੇ ਆਪ ਨੂੰ ਬਚਾਈਏ ਜਿੰਨਾ ਬਚਾ ਸਕੀਏ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਜਿਹੜੀ ਦੁਨੀਆ ਦੀ ਚਾਲਾਕੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ, ਉਹਨੂੰ ਆਪਣੇ ਆਪ ਨੂੰ ਆਪਾਂ ਕਿਵੇਂ ਦੇਖੀਏ? ਹਜ਼ੂਰ ਜੀ ਨੇ ਕਿਹਾ ਕਿ ਆਪਾਂ ਬੇਟਾ ਦੁਨੀਆ ਦੀ ਚਾਲਾਕੀ ਦੇ ਵੱਲ ਨਹੀਂ ਵੇਖਣਾ ਹੈ, ਬੇਟਾ ਆਪਣਾ ਵਜੂਦ ਚੰਗਾ ਰੱਖਣਾ ਹੈ, ਆਪਣੇ ਆਪ ਨੂੰ ਚੰਗਾ ਬਣਾਉਣਾ ਹੈ। ਦੁਨੀਆ ਚਲਦੀ ਰਹੂਗੀ ਬੇਟਾ, ਉਹਦੇ ਵਿੱਚ ਆਪਾਂ ਨੇ ਨਹੀਂ ਫਸਣਾ ਹੈ, ਆਪਣੇ ਵਜੂਦ ਨੂੰ ਚੰਗਾ ਬਣਾਓ। ਫਿਰ ਕਿਸੇ ਨੇ ਹਜ਼ੂਰ ਜੀ ਤੋਂ ਸਵਾਲ ਕੀਤਾ ਕਿ ਹਜ਼ੂਰ ਜੀ ਮੈਂ ਕਦੇ-ਕਦੇ ਬਹੁਤ ਗੁੱਸਾ ਹੋ ਜਾਂਦਾ ਹਾਂ ਤੇ ਜਿਹੜਾ ਮੇਰਾ ਮਾਈਂਡ ਹੈ ਉਹ ਬਿਲਕੁਲ ਫਟਣ ਨੂੰ ਤਿਆਰ ਹੋ ਜਾਂਦਾ ਹੈ ਤੇ ਮੇਰਾ ਗਾਲਾਂ ਵੀ ਕੱਢ ਦਿੰਦਾ ਹਾਂ, ਹਜ਼ੂਰ ਜੀ ਮੈਂ ਕੀ ਕਰਾਂ? ਹਜ਼ੂਰ ਜੀ ਨੇ ਕਿਹਾ ਕਿ ਬੇਟਾ ਇਹ ਚੰਗੀ ਗੱਲ ਤਾਂ ਨਹੀਂ ਹੈਗੀ ਆ, ਜੇ ਤੁਸੀਂ ਇਹੀ ਕੰਸਿਸਟੈਂਟ ਮੈਨਰ ਦੇ ਉੱਤੇ ਕਰਦੇ ਰਹੋਗੇ ਤਾਂ ਬੇਟਾ ਰਿਸ਼ਤੇ ਟੁੱਟ ਜਾਣਗੇ, ਤੁਸੀਂ ਇਕੱਲੇ ਪੜ ਜਾਓਗੇ, ਕੀ ਫਾਇਦਾ ਹੋਵੇਗਾ? ਬੇਟਾ ਇਸ ਨੂੰ ਕੰਟਰੋਲ ਕਰੋ, ਕੰਟਰੋਲ ਕਰੋਗੇ ਤਾਂ ਬੇਟਾ ਸਾਰਾ ਕੁਝ ਸਹੀ ਹੋਵੇਗਾ। ਤਾਂ ਇਹ ਸੀਗੇ ਕੁਝ ਇੰਪੋਰਟੈਂਟ ਕੁਐਸਚਨ ਆਨਸਰ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਹਾਂ, ਜਿਨ੍ਹਾਂ ਨੇ ਵੀ ਸੁਣੇ ਹੈ ਬੜੀ ਖੁਸ਼ੀ ਦੇ ਨਾਲ ਸੁਣੇ ਹਨ ਜੀ। ਰਾਧਾ ਸੁਆਮੀ ਜੀ।